12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਦੀ ਜੋ ਕਿਤਾਬ ਹੈ ਉਸ ਵਿੱਚ 10 ਕਵਿਤਾਵਾਂ ਹਨ। ਇਸ ਵੀਡੀਓ ਵਿੱਚ ਅਸੀਂ ਉਹਨਾਂ ਸਾਰੀਆਂ ਕਵਿਤਾਵਾਂ ਦੇ ਅਭਿਆਸ ਤੇ ਪ੍ਰਸ਼ਨ ਉੱਤਰ ਕਰਾਂਗੇ। ਸੋ ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ YouTube ਚੈਨਲ ਸਟੱਡੀ ਵਿਦ ਅਨਾਮਿਕਾ। ਸੋ ਤੁਹਾਡਾ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹਾਂ, ਅਸੀਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸੋ ਪਹਿਲੀ ਕਵਿਤਾ ਹੈ ਟੁਕੜੀ ਜੱਗ ਤੋਂ ਨਿਆਰੀ, ਜਿਸ ਦੇ ਕਵੀ ਦਾ ਨਾਮ ਹੈ ਭਾਈ ਵੀਰ ਸਿੰਘ। ਤਾਂ ਚਲੋ ਸਟਾਰਟ ਕਰਦੇ ਹਾਂ ਇਸ ਦੇ ਪ੍ਰਸ਼ਨ ਉੱਤਰ। ਤਾਂ ਪਹਿਲਾ ਪ੍ਰਸ਼ਨ ਹੈ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਦੇ ਕਵੀ ਦਾ ਨਾਂ ਦੱਸੋ। ਤਾਂ ਇਸ ਦੇ ਕਵੀ ਦਾ ਨਾਮ ਹੈ ਭਾਈ ਵੀਰ ਸਿੰਘ। ਅਗਲਾ ਪ੍ਰਸ਼ਨ ਹੈ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਭਾਈ ਵੀਰ ਸਿੰਘ ਦੀ ਕਵਿਤਾ ਦਾ ਨਾਂ ਦੱਸੋ। ਉਹੀ ਪ੍ਰਸ਼ਨ ਤੁਹਾਨੂੰ ਘੁਮਾ ਕੇ ਪੁੱਛਿਆ ਗਿਆ ਹੈ, ਤਾਂ ਇਸ ਦਾ ਉੱਤਰ ਹੈ ਟੁਕੜੀ ਜੱਗ ਤੋਂ ਨਿਆਰੀ। ਅਗਲਾ ਪ੍ਰਸ਼ਨ ਹੈ ਇਸ ਕਵਿਤਾ ਵਿੱਚ ਖੁਸ਼ੀਆਂ ਨੇ ਕਿਸ ਨੂੰ ਸ਼ਹਿਬਰ ਲਾਈ ਹੈ। ਤਾਂ ਇਸ ਕਵਿਤਾ ਵਿੱਚ ਖੁਸ਼ੀਆਂ ਨੇ ਕਸ਼ਮੀਰ ਨੂੰ ਸ਼ਹਿਬਰ ਲਾਈ ਹੈ। ਅਗਲਾ ਪ੍ਰਸ਼ਨ ਹੈ ਇਸ ਕਵਿਤਾ ਵਿੱਚ ਚਸ਼ਮੇ, ਨਾਲੇ, ਨਦੀਆਂ ਅਤੇ ਸਮੁੰਦਰ ਕਿਸ ਤਰ੍ਹਾਂ ਜਾਪ ਰਹੇ ਹਨ। ਤਾਂ ਇਸ ਕਵਿਤਾ ਅਨੁਸਾਰ ਇਹ ਸਭ ਨਿੱਕੇ ਨਿੱਕੇ ਸਮੁੰਦਰਾਂ ਵਰਗੇ ਜਾਪ ਰਹੇ ਹਨ। ਅਗਲਾ ਪ੍ਰਸ਼ਨ ਹੈ ਇਸ ਕਵਿਤਾ ਅਨੁਸਾਰ ਮੁੱਠੀ ਵਿੱਚ ਕੀ ਕੀ ਆਇਆ। ਤਾਂ ਇਸ ਕਵਿਤਾ ਅਨੁਸਾਰ ਮੁੱਠੀ ਵਿੱਚ ਸਾਰੇ ਅਰਸ਼ੀ ਨਜ਼ਾਰੇ ਆ ਗਏ। ਅਗਲਾ ਪ੍ਰਸ਼ਨ ਹੈ ਉਸ ਥਾਂ ਕਸ਼ਮੀਰ ਬਣ ਗਿਆ ਡੈਸ਼ ਜੱਗ ਤੋਂ ਨਿਆਰੀ। ਤਾਂ ਇਹ ਸਤਰ ਤੁਹਾਨੂੰ ਪੂਰੀ ਕਰਨੀ ਹੈ। ਤਾਂ ਇਸ ਖਾਲੀ ਥਾਂ ਦੀ ਜਗ੍ਹਾ 'ਤੇ ਆਏਗਾ ਟੁਕੜੀ ਜੱਗ ਤੋਂ ਨਿਆਰੀ। ਅਗਲਾ ਪ੍ਰਸ਼ਨ ਹੈ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਦਾ ਕੇਂਦਰੀ ਭਾਵ ਲਿਖੋ। ਤਾਂ ਇਸ ਕਵਿਤਾ ਦਾ ਕੇਂਦਰੀ ਭਾਵ ਇਸ ਤਰ੍ਹਾਂ ਹੋਵੇਗਾ। ਟੁਕੜੀ ਜੱਗ ਤੋਂ ਨਿਆਰੀ ਕਵਿਤਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿੱਚ ਭਾਈ ਸਾਹਿਬ ਨੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਬੜੇ ਰਹੱਸਮਈ ਢੰਗ ਨਾਲ ਬਿਆਨ ਕੀਤਾ ਹੈ। ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ। ਕਸ਼ਮੀਰ ਦੀ ਧਰਤੀ ਦੁਨੀਆ ਭਰ ਵਿੱਚ ਨਿਆਰੀ ਧਰਤੀ ਹੈ। ਇਸ ਦਾ ਨਿਰਮਾਣ ਕੁਦਰਤ ਦੇਵੀ ਨੇ ਆਪ ਕੀਤਾ ਹੈ, ਜਿਸ ਕਰਕੇ ਇਸ ਵਿੱਚ ਅਸਮਾਨੀ ਸੁੰਦਰਤਾ ਝਲਕਦੀ ਹੈ। ਇਸ ਵਿੱਚੋਂ ਅਰਸ਼ੀ ਰਮਜ਼ਾਂ ਝਲਕਦੀਆਂ ਪ੍ਰਤੀਤ ਹੁੰਦੀਆਂ ਹਨ। ਦੂਸਰੀ ਕਵਿਤਾ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ, ਜੋ ਕਿ ਲਿਖੀ ਹੋਈ ਹੈ ਪ੍ਰੋਫੈਸਰ ਪੂਰਨ ਸਿੰਘ ਦੁਆਰਾ। ਤਾਂ ਚਲੋ ਕਰਦੇ ਹਾਂ ਇਸ ਦੇ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਨਾਂ ਦੀ ਕਵਿਤਾ ਦੇ ਕਵੀ ਦਾ ਨਾਂ ਦੱਸੋ। ਤਾਂ ਇਸ ਦਾ ਉੱਤਰ ਹੈ ਪ੍ਰੋਫੈਸਰ ਪੂਰਨ ਸਿੰਘ। ਅਗਲਾ ਪ੍ਰਸ਼ਨ ਹੈ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਨਾਂ ਲਿਖੋ। ਇਸ ਦਾ ਉੱਤਰ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਅਗਲਾ ਪ੍ਰਸ਼ਨ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਭਾਈਚਾਰੇ ਬਾਰੇ ਕਿਸ ਤੋਂ ਪੁੱਛਦਾ ਹੈ। ਤਾਂ ਇਸ ਕਵਿਤਾ ਵਿੱਚ ਕਵੀ ਭਾਈਚਾਰੇ ਬਾਰੇ ਆਪਣੇ ਆਪ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਪੁੱਛਦਾ ਹੈ। ਅਗਲਾ ਪ੍ਰਸ਼ਨ ਹੈ ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚ ਸੱਸਾਂ ਦੇ ਦਿਲ ਕਿਹੋ ਜਿਹੇ ਹੁੰਦੇ ਸਨ। ਅਤੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਸਦੀਆਂ ਪੁਰਾਣੀ ਕਿਹੜੀ ਚੀਜ਼ ਕਿਤੇ ਉੱਡ ਗਈ ਹੈ। ਤਾਂ ਇਸ ਦਾ ਉੱਤਰ ਹੈ ਕਿ ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚ ਸੱਸਾਂ ਦੇ ਦਿਲ ਜੋ ਹੁੰਦੇ ਸਨ ਉਹ ਸਮੁੰਦਰਾਂ ਵਰਗੇ ਹੁੰਦੇ ਸਨ। ਅਤੇ ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚੋਂ ਬਰਾਦਰੀਆਂ ਦੇ ਮੇਲ ਮਿਲਾਪ ਦੀ ਬੋੜ ਜੋ ਹੈ ਉਹ ਕਿਤੇ ਉੱਡ ਗਈ ਹੈ। ਅਗਲਾ ਪ੍ਰਸ਼ਨ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਅਨੁਸਾਰ ਪੁਰਾਣੇ ਸਮਿਆਂ 'ਚ ਲੋਕ ਸੁੱਚਾ ਅਤੇ ਸੁਥਰਾ ਵਪਾਰ ਕਰਦੇ ਸਨ। ਇਹ ਕਥਨ ਠੀਕ ਹੈ ਜਾਂ ਗਲਤ ਹੈ। ਤਾਂ ਇਹ ਕਥਨ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ 'ਚ ਕਵੀ ਨੂੰ ਮਨੁੱਖਾਂ ਦੀ ਪੂਜਾ ਕਰਨ ਦੀ ਥਾਂ ਠੀਕਰੀਆਂ ਦੀ ਪੂਜਾ ਕਰਨ ਦਾ ਦੁੱਖ ਹੈ। ਇਹ ਕਥਨ ਸਹੀ ਹੈ ਜਾਂ ਗਲਤ। ਤਾਂ ਇਹ ਕਥਨ ਬਿਲਕੁਲ ਠੀਕ ਹੈ। ਅੱਗੇ ਖਾਲੀ ਥਾਵਾਂ ਭਰਨੀਆਂ ਹਨ। ਤਾਂ ਪ੍ਰਸ਼ਨ ਹੈ ਉਹ ਹੁਣ ਪੁਰਾਣੇ ਵਿਆਹ ਦੇ ਡੈਸ਼ ਨਹੀਂ ਡੈਸ਼ ਨਹੀਂ। ਤਾਂ ਇਸ ਦਾ ਉੱਤਰ ਹੋਵੇਗਾ ਉਹ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ ਢੰਗ ਨਹੀਂ। ਅਗਲਾ ਪ੍ਰਸ਼ਨ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਭਰਪੂਰ ਚਿੱਤਰਨ ਹੋਇਆ ਹੈ ਕਿਸ ਚੀਜ਼ ਦਾ। ਪੰਜਾਬੀ ਸੱਭਿਆਚਾਰ ਦਾ, ਭਾਰਤੀ ਸੱਭਿਆਚਾਰ ਦਾ, ਦੇਸੀ ਸੱਭਿਆਚਾਰ ਦਾ ਜਾਂ ਵਿਦੇਸ਼ੀ ਸੱਭਿਆਚਾਰ ਦਾ। ਤਾਂ ਇਸ ਦਾ ਉੱਤਰ ਹੈ ਪੰਜਾਬੀ ਸੱਭਿਆਚਾਰ ਦਾ। ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ। ਤਾਂ ਇਸ ਦਾ ਕੇਂਦਰੀ ਭਾਵ ਇਹ ਇਸ ਤਰ੍ਹਾਂ ਹੋਵੇਗਾ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ। ਇਹ ਇੱਕ ਰੋਮਾਂਟਿਕ ਕਵਿਤਾ ਹੈ ਜਿਸ ਵਿੱਚ ਕਵੀ ਨੇ ਪੁਰਾਣੇ ਪੰਜਾਬੀ ਸੱਭਿਆਚਾਰ ਲਈ ਆਪਣੇ ਮੋਹ ਅਤੇ ਉਦਰੇਵੇਂ ਨੂੰ ਬਿਆਨ ਕੀਤਾ ਹੈ। ਵਰਤਮਾਨ ਪੰਜਾਬੀ ਜੀਵਨ ਵਿੱਚ ਪੁਰਾਤਨ ਪੰਜਾਬੀ ਜੀਵਨ ਵਾਲਾ ਰਸ, ਖੁੱਲ੍ਹਾਂ, ਖੁਸ਼ੀਆਂ, ਮਿੱਠਤ, ਸਰਲਤਾ, ਸਾਦਗੀ ਅਤੇ ਰੰਗੀਨੀਆਂ ਉੱਡ ਗਈਆਂ ਹਨ ਅਤੇ ਇਸ ਦੀ ਥਾਂ ਬੇਰਸੀ, ਬੇਸੁਆਦੀ, ਫਿੱਕਾਪਣ ਅਤੇ ਪੈਸੇ ਦਾ ਪ੍ਰੇਮ ਪ੍ਰਧਾਨ ਹੋ ਗਿਆ ਹੈ। ਅੱਜ ਕੱਲ੍ਹ ਇਸ ਵਿੱਚੋਂ ਪੁਰਾਣੇ ਵਹਿਮ ਮੁੱਕ ਗਏ ਹਨ, ਪਰ ਅਸੀਂ ਕੁਝ ਨਹੀਂ ਖੱਟਿਆ। ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਗੁਆ ਲਈਆਂ ਹਨ। ਅਗਲੀ ਕਵਿਤਾ ਹੈ ਵਗਦੇ ਪਾਣੀ। ਇਸ ਦੇ ਕਵੀ ਹਨ ਡਾਕਟਰ ਦੀਵਾਨ ਸਿੰਘ ਕਾਲੇਪਾਣੀ। ਪਹਿਲਾ ਪ੍ਰਸ਼ਨ ਹੈ
ਪੰਜਾਬੀ ਲਾਜ਼ਮੀ ਪੁਸਤਕ ਵਿੱਚ ਸ਼ਾਮਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਦਾ ਨਾਂ ਲਿਖੋ। ਇਸ ਦਾ ਉੱਤਰ ਹੈ ਪੁਸਤਕ ਵਿੱਚ ਸ਼ਾਮਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਦਾ ਨਾਂ ਵਗਦੇ ਪਾਣੀ ਹੈ। ਅਗਲਾ ਪ੍ਰਸ਼ਨ ਹੈ ਵਗਦੇ ਪਾਣੀ ਕਵਿਤਾ ਦਾ ਰਚੇਤਾ ਕੌਣ ਹੈ? ਤਾਂ ਵਗਦੇ ਪਾਣੀ ਕਵਿਤਾ ਦਾ ਰਚੇਤਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੈ। ਅਗਲਾ ਪ੍ਰਸ਼ਨ ਹੈ ਖੜੇ ਪਾਣੀ ਨਾਲ ਕੀ ਵਾਪਰਦਾ ਹੈ? ਤਾਂ ਇਸ ਦਾ ਉੱਤਰ ਹੈ ਕਿ ਖੜਾ ਪਾਣੀ ਬੁੱਸ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਵਗਦੇ ਪਾਣੀ ਕਵਿਤਾ ਅਨੁਸਾਰ ਵਿਛੜਨ ਨਾਲ ਜ਼ਿੰਦਾ ਮਰ ਜਾਂਦੀਆਂ ਹਨ। ਇਹ ਕਥਨ ਸਹੀ ਹੈ ਜਾਂ ਗਲਤ? ਤਾਂ ਇਹ ਕਥਨ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ ਹੈ ਰੂਹਾਂ ਅਟਕਣ ਨਾਲ ਡਿੱਗਦੀਆਂ ਨਹੀਂ, ਹਾਂ ਜਾਂ ਨਾ? ਤਾਂ ਇਸ ਦਾ ਉੱਤਰ ਹੈ ਹਾਂ। ਅੱਗੇ ਖਾਲੀ ਥਾਵਾਂ ਭਰਨੀਆਂ ਹਨ ਕਿ ਟੁਰਿਆਂ ਡੈਸ਼ ਹਾਂ, ਖਲੋਇਆਂ ਡੈਸ਼ ਹਾਂ। ਤਾਂ ਪਹਿਲੀ ਖਾਲੀ ਥਾਂ ਵਿੱਚ ਆਏਗਾ ਵੱਧਦਾ, ਦੂਸਰੀ ਖਾਲੀ ਥਾਂ ਵਿੱਚ ਆਏਗਾ ਘਟਦਾ, ਭਾਵ ਕਿ ਟੁਰਿਆਂ ਵੱਧਦਾ ਹਾਂ, ਖਲੋਇਆਂ ਘਟਦਾ ਹਾਂ। ਅਗਲਾ ਪ੍ਰਸ਼ਨ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਵਗਦੇ ਪਾਣੀ 'ਚ ਕਿਹੜਾ ਭਾਵ ਪ੍ਰਬਲ ਰੂਪ 'ਚ ਪ੍ਰਗਟ ਹੋਇਆ ਹੈ? ਗਤੀਸ਼ੀਲ ਜੀਵਨ ਦਾ, ਰੋਮਾਂਚਕ ਜੀਵਨ ਦਾ, ਕੁਦਰਤੀ ਜੀਵਨ ਦਾ ਜਾਂ ਨਿੱਜੀ ਜੀਵਨ ਦਾ? ਤਾਂ ਇਸ ਦਾ ਉੱਤਰ ਹੈ ਗਤੀਸ਼ੀਲ ਜੀਵਨ ਦਾ। ਅਗਲਾ ਪ੍ਰਸ਼ਨ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੁਆਰਾ ਲਿਖੀ ਵਗਦੇ ਪਾਣੀ ਕਵਿਤਾ ਦਾ ਕੇਂਦਰੀ ਭਾਵ ਲਿਖੋ। ਤਾਂ ਇਸ ਦਾ ਉੱਤਰ ਹੈ ਵਗਦੇ ਪਾਣੀ ਕਵਿਤਾ ਦੀਵਾਨ ਸਿੰਘ ਕਾਲੇ ਪਾਣੀ ਦੀ ਰਚਨਾ ਹੈ। ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਦੇ ਚੱਲਦੇ ਰਹਿਣ ਵਿੱਚ ਹੀ ਇਸ ਦੀ ਤਾਜ਼ਗੀ ਅਤੇ ਵਿਕਾਸ ਹੈ। ਮਨੁੱਖੀ ਜ਼ਿੰਦੜੀਆਂ ਦੀ ਏਕਤਾ ਹੀ ਉਹਨਾਂ ਨੂੰ ਜਿਉਂਦੇ ਰੱਖਦੀ ਹੈ ਅਤੇ ਉਹਨਾਂ ਦੀਆਂ ਰੂਹਾਂ ਦੀਆਂ ਉਡਾਰੀਆਂ ਉਹਨਾਂ ਨੂੰ ਵਿਕਾਸ ਦੀਆਂ ਉੱਚੀਆਂ ਮੰਜ਼ਿਲਾਂ 'ਤੇ ਪਹੁੰਚਾਉਂਦੀਆਂ ਹਨ। ਕਵਿਤਾ ਹੈ ਤਾਜ ਮਹਿਲ, ਜੋ ਕਿ ਲਿਖੀ ਗਈ ਹੈ ਪ੍ਰੋਫੈਸਰ ਮੋਹਨ ਸਿੰਘ ਦੁਆਰਾ। ਪਹਿਲਾ ਪ੍ਰਸ਼ਨ ਹੈ ਤਾਜ ਮਹਿਲ ਕਵਿਤਾ ਕਿਸ ਕਵੀ ਦੀ ਰਚਨਾ ਹੈ? ਇਸ ਦਾ ਉੱਤਰ ਹੈ ਤਾਜ ਮਹਿਲ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਹੈ। ਅਗਲਾ ਪ੍ਰਸ਼ਨ ਹੈ ਪਾਠਕ੍ਰਮ 'ਚ ਸ਼ਾਮਲ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਨਾਂ ਲਿਖੋ। ਤਾਂ ਪਾਠਕ੍ਰਮ 'ਚ ਸ਼ਾਮਲ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਨਾਂ ਤਾਜ ਮਹਿਲ ਹੈ। ਅੱਗੇ ਖਾਲੀ ਥਾਵਾਂ ਭਰਨੀਆਂ ਹਨ। ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਡੈਸ਼, ਘਾਹ ਦੇ ਸੁਹਲ ਸੀਨਿਆਂ ਉੱਤੇ ਸਵਾਦ ਸਵਾਦ ਹੋ ਡੈਸ਼। ਤਾਂ ਪਹਿਲੀ ਖਾਲੀ ਥਾਂ ਵਿੱਚ ਆਏਗਾ ਗੜੂੰਦੇ ਅਤੇ ਦੂਸਰੀ ਖਾਲੀ ਥਾਂ 'ਚ ਆਏਗਾ ਉਂਗੇ, ਭਾਵ ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੂੰਦੇ, ਘਾਹ ਦੇ ਸੁਹਲ ਸੀਨਿਆਂ ਉੱਤੇ ਸਵਾਦ ਸਵਾਦ ਹੋ ਉਂਗੇ। ਅੱਗੇ ਦੱਸਣਾ ਹੈ ਕਿ ਕਥਨ ਸਹੀ ਹੈ ਜਾਂ ਗਲਤ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਅਨੁਸਾਰ ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਤੇ ਸਾਵੇ ਹਨ। ਠੀਕ ਹੈ ਜਾਂ ਗਲਤ ਹੈ? ਤਾਂ ਇਹ ਕਥਨ ਬਿਲਕੁਲ ਠੀਕ ਹੈ। ਅੱਗੇ ਵੀ ਸਾਨੂੰ ਦੱਸਣਾ ਹੈ ਕਿ ਇਹ ਕਥਨ ਠੀਕ ਹੈ ਜਾਂ ਗਲਤ ਹੈ। ਸੁੱਤੇ ਪਾਣੀਆਂ ਵਿੱਚ ਤਾਜ ਮਹਿਲ ਦਾ ਪਰਛਾਵਾਂ ਨਹੀਂ ਸੁੱਤਾ। ਇਹ ਕਥਨ ਗਲਤ ਹੈ। ਅਗਲਾ ਪ੍ਰਸ਼ਨ ਹੈ ਕਵੀ ਤਾਜ ਮਹਿਲ ਵੇਖ ਕੇ ਕਿਹੜੇ ਮੁਗਲ ਸਮਰਾਟ ਦੀਆਂ ਸਿਫਤਾਂ ਕਰਦਾ ਹੈ? ਤਾਂ ਕਵੀ ਤਾਜ ਮਹਿਲ ਵੇਖ ਕੇ ਸ਼ਾਹਜਹਾਨ ਦੀਆਂ ਸਿਫਤਾਂ ਕਰਦਾ ਹੈ। ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅਨੁਸਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਥਾਂ ਪੈਰਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ? ਤਾਂ ਇਸ ਦਾ ਉੱਤਰ ਹੈ ਕਿ ਮਜ਼ਦੂਰਾਂ ਦੇ ਹੱਥਾਂ ਵਿੱਚ ਛਾਲੇ ਸਨ ਅਤੇ ਪੈਰ ਬਿਆਈਆਂ ਨਾਲ ਪਾਟੇ ਸਨ। ਅਗਲਾ ਪ੍ਰਸ਼ਨ ਹੈ ਤਾਜ ਮਹਿਲ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ? ਸ਼ਾਸਕ ਧਿਰ, ਸ਼ੋਸ਼ਿਤ ਧਿਰ, ਸਮਾਜਿਕ ਧਿਰ ਜਾਂ ਸੰਘਾਊ ਧਿਰ? ਤਾਂ ਇਸ ਦਾ ਉੱਤਰ ਹੈ ਸ਼ੋਸ਼ਿਤ ਧਿਰ। ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ। ਤਾਂ ਇਸ ਦਾ ਉੱਤਰ ਹੈ ਤਾਜ ਮਹਿਲ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਪ੍ਰਗਤੀਵਾਦੀ ਕਵਿਤਾ ਹੈ। ਇਸ ਦਾ ਕੇਂਦਰੀ ਭਾਵ ਇਹ ਹੈ ਤਾਜ ਮਹਿਲ ਸਧਾਰਨ ਨਜ਼ਰ ਨੂੰ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਦੀ ਉਸਾਰੀ ਲੱਖਾਂ ਰੋਂਦੇ ਕੁਰਲਾਉਂਦੇ ਮਜ਼ਦੂਰਾਂ ਤੇ ਮਜ਼ਦੂਰੀਆਂ ਤੋਂ ਜਬਰੀ ਵਗਾਰ ਕਰਵਾ ਕੇ ਕਰਵਾਈ ਗਈ ਹੈ। ਇਸ ਕਰਕੇ ਅਜਿਹੇ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਇੱਕ ਧੋਖਾ ਹੈ। ਅਗਲੀ ਕਵਿਤਾ ਹੈ ਚੁੰਮ ਚੁੰਮ ਰੱਖੋ ਅਤੇ ਇਸ ਦੇ ਕਵੀ ਹਨ ਨੰਦ ਲਾਲ ਨੂਰਪੁਰੀ। ਪਹਿਲਾ ਪ੍ਰਸ਼ਨ ਹੈ ਚੁੰਮ ਚੁੰਮ ਰੱਖੋ ਕਵਿਤਾ ਕਿਸ ਕਵੀ ਨੇ ਲਿਖੀ ਹੈ? ਤਾਂ ਇਸ ਦਾ ਉੱਤਰ ਹੈ ਨੰਦ ਲਾਲ ਨੂਰਪੁਰੀ। ਅਗਲਾ ਪ੍ਰਸ਼ਨ ਹੈ ਪੁਸਤਕ ਵਿੱਚ ਸ਼ਾਮਲ ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਸਿਰਲੇਖ ਲਿਖੋ। ਤਾਂ ਇਸ ਦਾ ਸਿਰਲੇਖ ਹੈ ਚੁੰਮ ਚੁੰਮ ਰੱਖੋ। ਅਗਲਾ ਪ੍ਰਸ਼ਨ ਹੈ ਚੁੰਮ ਚੁੰਮ ਰੱਖੋ ਕਵਿਤਾ ਵਿੱਚ ਦਸਮ ਪਿਤਾ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਕੇ ਰੱਖਣ ਦਾ ਜ਼ਿਕਰ ਕੀਤਾ ਹੈ? ਇਸ ਦਾ ਉੱਤਰ ਹੈ ਜੁਝਾਰ ਸਿੰਘ ਦੀ। ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ, ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇ ਕਹਿੰਦਾ ਹੈ? ਇਸ ਤੁਕ ਵਿੱਚ ਕਵੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਚਮਕੌਰ ਦੀ ਜੰਗ ਵਿੱਚੋਂ ਆਉਣ ਬਾਰੇ ਕਹਿੰਦਾ ਹੈ। ਕੁਲੇ ਕੁਲੇ ਹੱਥ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਸਨ? ਇਸ ਦਾ ਉੱਤਰ ਹੈ ਗੋਰੀਆਂ। ਅਗਲਾ ਪ੍ਰਸ਼ਨ ਹੈ ਲਹੂ ਵਿੱਚ ਭਿੱਜੀ ਘੋੜੀ ਭੁੱਬਾਂ ਮਾਰ ਰਹੀ ਸੀ। ਇਹ ਕਥਨ ਸਹੀ ਹੈ ਜਾਂ ਗਲਤ?
ਤਾਂ ਇਹ ਕਥਨ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ ਹੈ, ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਡੈਸ਼, ਵੇਖਣ ਨੂੰ ਨੈਣ ਆਏ ਬੂਹੇ ਵੱਲ ਡੈਸ਼। ਤਾਂ ਇਹ ਖਾਲੀ ਸਤਰਾਂ ਸਾਨੂੰ ਭਰਨੀਆਂ ਹਨ। ਪਹਿਲੀ ਸਤਰ ਵਿੱਚ ਆਏਗਾ ਵੱਜਦੇ ਤੇ ਦੂਸਰੀ ਸਤਰ ਵਿੱਚ ਆਏਗਾ ਭੱਜਦੇ। ਭਾਵ ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ, ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ। ਅਗਲਾ ਪ੍ਰਸ਼ਨ ਹੈ, ਚੁੰਮ ਚੁੰਮ ਰੱਖੋ ਕਵਿਤਾ ਵਿੱਚ ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ, ਤੁਕ ਅਨੁਸਾਰ ਜੋੜਾ ਕਿਸ ਦੇ ਕੋਲ ਚਲਿਆ ਗਿਆ? ਦਾਦਾ, ਦਾਦੀ, ਪਿਤਾ ਜਾਂ ਮਾਤਾ? ਤਾਂ ਇਸ ਦਾ ਉੱਤਰ ਹੈ ਦਾਦਾ। ਅਗਲਾ ਪ੍ਰਸ਼ਨ ਹੈ, ਚੁੰਮ ਚੁੰਮ ਰੱਖੋ ਕਵਿਤਾ ਦਾ ਕੇਂਦਰੀ ਭਾਵ ਲਿਖੋ। ਇਸ ਦਾ ਉੱਤਰ ਹੈ ਚੁੰਮ ਚੁੰਮ ਰੱਖੋ ਗੀਤ ਨੰਦ ਲਾਲ ਨੂਰਪੁਰੀ ਦੀ ਪ੍ਰਸਿੱਧ ਰਚਨਾ ਹੈ। ਇਸ ਵਿੱਚ ਕਵੀ ਨੇ ਮਾਤਾ ਜੀਤੋ ਜੀ ਦੁਆਰਾ ਜੰਗ ਵਿੱਚ ਗਏ ਦੋ ਵੱਡੇ ਸਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਉਡੀਕ ਨੂੰ ਪੇਸ਼ ਕਰਦਿਆਂ ਉਹਨਾਂ ਦੀ ਸ਼ਹੀਦੀ ਕਾਰਨ ਮਾਤਾ ਜੀ ਦੇ ਮਨ ਉੱਪਰ ਪਏ ਦੁੱਖਮਈ ਪ੍ਰਭਾਵ ਨੂੰ ਵਰਣਨ ਕੀਤਾ ਹੈ। ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ। ਮਾਤਾ ਜੀਤੋ ਜੀ ਜੰਗ ਵਿੱਚ ਗਏ ਆਪਣੇ ਵੱਡੇ ਸਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਬੜੇ ਚਾਅ ਤੇ ਤੀਬਰਤਾ ਨਾਲ ਉਡੀਕ ਕਰ ਰਹੀ ਸੀ, ਪਰੰਤੂ ਉਹਨਾਂ ਦੇ ਜੰਗ ਵਿੱਚ ਸ਼ਹੀਦ ਹੋ ਜਾਣ ਦੀ ਖਬਰ ਸੁਣ ਕੇ ਉਸ ਦਾ ਮਨ ਦੁੱਖ ਨਾਲ ਭਰ ਗਿਆ। ਅਗਲੀ ਕਵਿਤਾ ਹੈ ਦੋਸਤਾ, ਜੋ ਕਿ ਲਿਖੀ ਗਈ ਹੈ ਪਿਆਰਾ ਸਿੰਘ ਸਹਿਰਾਈ ਦੁਆਰਾ। ਪਹਿਲਾ ਪ੍ਰਸ਼ਨ ਹੈ, ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦਾ ਸਿਰਲੇਖ ਦੱਸੋ। ਇਸ ਦਾ ਉੱਤਰ ਹੈ ਦੋਸਤਾ। ਅਗਲਾ ਪ੍ਰਸ਼ਨ ਹੈ, ਤੁਹਾਡੀ ਪਾਠ ਪੁਸਤਕ ਵਿੱਚ ਦਰਜ ਦੋਸਤਾ ਕਵਿਤਾ ਕਿਸ ਕਵੀ ਦੀ ਰਚਨਾ ਹੈ? ਤਾਂ ਇਹ ਕਵਿਤਾ ਪਿਆਰਾ ਸਿੰਘ ਸਹਿਰਾਈ ਦੀ ਰਚਨਾ ਹੈ। ਕਵਿਤਾ ਦੋਸਤਾ ਅਨੁਸਾਰ ਨਵਾਂ ਨਾਚ ਸਰੀਰ ਦੇ ਕਿਸ ਅੰਗ ਵਿੱਚ ਧੜਕਦਾ ਹੈ? ਉੱਤਰ ਹੈ ਪੈਰਾਂ ਵਿੱਚ। ਅਗਲਾ ਪ੍ਰਸ਼ਨ ਹੈ, ਦੋਸਤਾ ਕਵਿਤਾ ਵਿੱਚ ਕਵੀ ਨੂੰ ਮਨੁੱਖ ਦੀ ਮੰਜ਼ਿਲ ਕਿੰਨੀ ਕੁ ਵਿੱਥ 'ਤੇ ਨਜ਼ਰ ਆਉਂਦੀ ਹੈ? ਤਾਂ ਕਵੀ ਨੂੰ ਮਨੁੱਖ ਦੀ ਮੰਜ਼ਿਲ 2 ਕਦਮ ਦੀ ਵਿੱਥ 'ਤੇ ਨਜ਼ਰ ਆਉਂਦੀ ਹੈ। ਅੱਗੇ ਸਾਨੂੰ ਖਾਲੀ ਥਾਂ ਭਰਨੀ ਹੈ। ਧਾਰਿਆਂ 'ਚੋਂ ਉੱਠ ਹੰਬਲਾ ਮਾਰ ਕੇ ਪਕੜ ਲੈ ਉੱਚਾ ਡੈਸ਼ ਦੋਸਤਾ। ਤਾਂ ਖਾਲੀ ਥਾਂ 'ਤੇ ਆਏਗਾ ਮੁਨਾਰਾ। ਭਾਵ ਧਾਰਿਆਂ 'ਚੋਂ ਉੱਠ ਹੰਬਲਾ ਮਾਰ ਕੇ ਪਕੜ ਲੈ ਉੱਚਾ ਮੁਨਾਰਾ ਦੋਸਤਾ। ਅੱਗੇ ਸਾਨੂੰ ਦੱਸਣਾ ਹੈ ਕਿ ਕਥਨ ਸਹੀ ਹੈ ਜਾਂ ਗਲਤ। ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾ ਅਨੁਸਾਰ ਮਨੁੱਖੀ ਹੋਣੀ ਦਾ ਸਿਤਾਰਾ ਧੌਣ ਚੁੱਕ ਕੇ ਸੈਨਤਾ ਕਰਦਾ ਹੈ। ਤਾਂ ਇਹ ਕਥਨ ਸਹੀ ਹੈ। ਅਗਲਾ ਪ੍ਰਸ਼ਨ ਹੈ, ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾ ਦੀ ਮੂਲ ਸੁਰ ਹੈ ਉਪਦੇਸ਼ਾਤਮਕ, ਵਿਆਖਿਆਤਮਕ, ਭਾਵਨਾਤਮਕ, ਨਕਾਰਾਤਮਕ। ਤਾਂ ਇਸ ਦਾ ਉੱਤਰ ਹੈ ਉਪਦੇਸ਼ਾਤਮਕ। ਅਗਲਾ ਪ੍ਰਸ਼ਨ ਹੈ, ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾ ਦਾ ਕੇਂਦਰੀ ਭਾਵ ਲਿਖੋ। ਇਸ ਦਾ ਕੇਂਦਰੀ ਭਾਵ ਇਸ ਤਰ੍ਹਾਂ ਹੋਵੇਗਾ, ਮਨੁੱਖ ਕਿਰਤ ਦੀਆਂ ਅਥਾਹ ਸਿਰਜਣਾਤਮਕ ਸ਼ਕਤੀਆਂ ਦਾ ਮਾਲਕ ਹੈ ਤੇ ਉਹ ਹੋਰ ਅੱਗੇ ਵੱਧ ਕੇ ਰਚਨਾ ਦਾ ਨਵਾਂ ਸੰਸਾਰ ਸਿਰਜ ਸਕਦਾ ਹੈ। ਇਸ ਲਈ ਉਸ ਨੂੰ ਹੋਰ ਉਤਸ਼ਾਹ ਤੇ ਜ਼ੋਰ ਨਾਲ ਅੱਗੇ ਵਧਣਾ ਚਾਹੀਦਾ ਹੈ। ਉਸ ਦਾ ਭਵਿੱਖ ਉਸ ਲਈ ਜਗਮਗਾ ਰਿਹਾ ਹੈ। ਉਸ ਨੂੰ ਅੱਗੇ ਵੱਧ ਕੇ ਉਸ ਦਾ ਪਿਆਰਾ ਮੂੰਹ ਚੁੰਮ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਹੈ ਵਾਰਸ ਸ਼ਾਹ, ਜੋ ਕਿ ਲਿਖੀ ਹੋਈ ਹੈ ਅੰਮ੍ਰਿਤਾ ਪ੍ਰੀਤਮ ਦੁਆਰਾ। ਪਹਿਲਾ ਪ੍ਰਸ਼ਨ ਹੈ, ਤੁਹਾਡੀ ਪਾਠ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਨਾਂ ਦੱਸੋ। ਇਸ ਦਾ ਉੱਤਰ ਹੈ ਵਾਰਸ ਸ਼ਾਹ। ਵਾਰਸ ਸ਼ਾਹ ਕਵਿਤਾ ਕਿਸ ਦੀ ਸਿਰਜਣਾ ਹੈ? ਵਾਰਸ ਸ਼ਾਹ ਅੰਮ੍ਰਿਤਾ ਪ੍ਰੀਤਮ ਦੀ ਸਿਰਜਣਾ ਹੈ। ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਸ ਸ਼ਾਹ ਦੀ ਉਕਤ ਤੁਕ ਵਿੱਚ ਦਰਦਮੰਦਾਂ ਦੇ ਦਰਦੀਆ ਕਿਸ ਨੂੰ ਆਖਿਆ ਗਿਆ ਹੈ? ਤਾਂ ਇਸ ਦਾ ਉੱਤਰ ਹੈ ਕਵੀ ਵਾਰਸ ਸ਼ਾਹ ਨੂੰ। ਅਗਲੇ ਪ੍ਰਸ਼ਨ ਵਿੱਚ ਸਾਨੂੰ ਖਾਲੀ ਥਾਵਾਂ ਭਰਨੀਆਂ ਹਨ। ਅੱਜ ਬੇਲੇ ਡੈਸ਼ ਵਿਸ਼ੀਆਂ ਤੇ ਡੈਸ਼ ਦੀ ਭਰੀ ਚਨਾਬ। ਪਹਿਲੀ ਖਾਲੀ ਥਾਂ ਵਿੱਚ ਆਏਗਾ ਲਾਸ਼ਾਂ ਤੇ ਦੂਸਰੀ ਖਾਲੀ ਥਾਂ ਵਿੱਚ ਆਏਗਾ ਲਹੂ। ਭਾਵ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ। ਅਗਲੇ ਪ੍ਰਸ਼ਨ ਵਿੱਚ ਸਾਨੂੰ ਦੱਸਣਾ ਹੈ ਕਿ ਇਹ ਕਥਨ ਸਹੀ ਹੈ ਜਾਂ ਗਲਤ। ਕਵਿਤਾ ਵਾਰਸ ਸ਼ਾਹ ਅਨੁਸਾਰ 5 ਪਾਣੀਆਂ ਵਿੱਚੋਂ ਜ਼ਹਿਰ ਰਲਾਉਣ ਨਾਲ ਇੱਥੋਂ ਦੀ ਜ਼ਰਖੇਜ਼ ਜ਼ਮੀਨ ਦੇ ਲੂੰ 'ਚ ਜ਼ਹਿਰ ਫੁੱਟ ਪਿਆ ਸੀ। ਸਹੀ ਜਾਂ ਗਲਤ? ਤਾਂ ਇਹ ਕਥਨ ਸਹੀ ਹੈ। ਅਗਲਾ ਪ੍ਰਸ਼ਨ ਹੈ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਸ ਸ਼ਾਹ ਵਿੱਚੋਂ ਕਿਹੜੇ ਪ੍ਰੀਤ ਨਾਇਕ ਜਾਂ ਨਾਇਕਾ ਦਾ ਜ਼ਿਕਰ ਹੋਇਆ ਹੈ? ਤਾਂ ਇਸ ਵਿੱਚ ਹੀਰ ਅਤੇ ਰਾਂਝੇ ਦਾ ਜ਼ਿਕਰ ਹੋਇਆ ਹੈ। ਅਗਲਾ ਪ੍ਰਸ਼ਨ ਹੈ, ਕਵਿਤਾ ਵਾਰਸ ਸ਼ਾਹ ਅਨੁਸਾਰ ਪੰਜਾਬ ਵਿੱਚ ਫਿਰਕਾ ਪ੍ਰਸਤੀ ਫੈਲਣ ਨਾਲ ਧਰਤੀ ਲਹੂ ਨਾਲ ਭਿੱਜ ਗਈ ਤੇ ਕਬਰਾਂ ਵੀ ਰੋ ਰਹੀਆਂ ਸਨ। ਸਹੀ ਜਾਂ ਗਲਤ? ਇਹ ਕਥਨ ਸਹੀ ਹੈ। ਅਗਲਾ ਪ੍ਰਸ਼ਨ ਹੈ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਸ ਸ਼ਾਹ ਵਿੱਚ ਕਿਹੜੇ ਸਾਲ ਦਾ ਦੁਖਾਂਤਿਕ ਚਿਤਰਣ ਹੋਇਆ ਹੈ? 1857, 1914, 1947 ਜਾਂ 1965? ਤਾਂ ਇਸ ਦਾ ਸਹੀ ਉੱਤਰ ਹੈ 1947। ਅਗਲਾ ਪ੍ਰਸ਼ਨ ਹੈ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਸ ਸ਼ਾਹ ਦਾ ਕੇਂਦਰੀ ਭਾਵ ਲਿਖੋ। ਇਸ ਦਾ ਉੱਤਰ ਹੈ ਵਾਰਸ ਸ਼ਾਹ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਹੈ। ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ।
1947 ਦੇ ਫਿਰਕੂ ਫਸਾਦਾਂ ਨੇ ਪੰਜਾਬ ਦੀ ਧਰਤੀ ਤੇ ਚੱਪੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਰਕੇ ਇੱਥੋਂ ਦੇ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ। ਪੰਜਾਬੀ ਸੱਭਿਆਚਾਰ ਰੁਲ ਗਿਆ ਤੇ ਪੰਜਾਬੀ ਨੌਜਵਾਨ ਪ੍ਰੀਤ ਨੂੰ ਭੁੱਲ ਕੇ ਇਸਤਰੀਆਂ ਉੱਪਰ ਜ਼ੁਲਮ ਢਾਉਣ ਲੱਗੇ। ਅਗਲੀ ਕਵਿਤਾ ਹੈ ਮੇਰਾ ਬਚਪਨ, ਜੋ ਕਿ ਲਿਖੀ ਗਈ ਹੈ ਹਰਭਜਨ ਸਿੰਘ ਦੁਆਰਾ। ਪਹਿਲਾ ਪ੍ਰਸ਼ਨ ਹੈ, ਆਪਣੀ ਪੰਜਾਬੀ ਲਾਜ਼ਮੀ ਦੀ ਪਾਠ ਪੁਸਤਕ 'ਚ ਦਰਜ ਹਰਭਜਨ ਸਿੰਘ ਦੀ ਕਵਿਤਾ ਦਾ ਸਿਰਲੇਖ ਲਿਖੋ। ਤਾਂ ਇਸ ਦਾ ਸਿਰਲੇਖ ਹੈ ਮੇਰਾ ਬਚਪਨ। ਅਗਲਾ ਪ੍ਰਸ਼ਨ ਹੈ, ਮੇਰਾ ਬਚਪਨ ਕਵਿਤਾ ਕਿਸ ਸ਼ਾਇਰ ਦੀ ਰਚਨਾ ਹੈ? ਇਸ ਦਾ ਉੱਤਰ ਹੈ ਹਰਭਜਨ ਸਿੰਘ। ਅਗਲਾ ਪ੍ਰਸ਼ਨ ਹੈ, ਮੇਰਾ ਬਚਪਨ ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਨਾਲ ਬੱਚੇ ਦਾ ਬਚਪਨ ਰੁਲ ਜਾਂਦਾ ਹੈ? ਤਾਂ ਇਸ ਕਵਿਤਾ ਵਿੱਚ ਪਿਤਾ ਦੀ ਗੈਰ ਹਾਜ਼ਰੀ ਨਾਲ ਬੱਚੇ ਦਾ ਬਚਪਨ ਰੁਲ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਪੁੱਤਰ ਦੇ ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਨ ਵਿੱਚ ਹੈ? ਮੇਰਾ ਬਚਪਨ ਕਵਿਤਾ ਦੇ ਆਧਾਰ ਤੇ ਦੱਸੋ। ਮੇਰਾ ਬਚਪਨ ਕਵਿਤਾ ਦੇ ਆਧਾਰ ਤੇ ਪੁੱਤਰ ਦੇ ਛੇਤੀ ਗੱਭਰੂ ਹੋਣ ਦੀ ਲੋਚਾ ਮਾਂ ਦੇ ਮਨ ਵਿੱਚ ਹੈ। ਅਗਲੇ ਪ੍ਰਸ਼ਨ ਵਿੱਚ ਸਾਨੂੰ ਖਾਲੀ ਥਾਂ ਭਰਨੀ ਹੈ। ਕਦੇ ਕਦੇ ਬਾਲਾਂ ਦੇ ਕੁੱਛੜ ਸੌਣ ਨਿਚਿੰਤ ਡੈਸ਼ ਮਾਵਾਂ। ਤਾਂ ਖਾਲੀ ਥਾਂ ਵਿੱਚ ਆਏਗਾ ਨਿਕਰਮਣ, ਭਾਵ ਕਦੇ ਕਦੇ ਬਾਲਾਂ ਦੇ ਕੁੱਛੜ ਸੌਣ ਨਿਚਿੰਤ ਨਿਕਰਮਣ ਮਾਵਾਂ। ਅਗਲਾ ਸਾਨੂੰ ਦੱਸਣਾ ਹੈ ਕਿ ਇਹ ਕਥਨ ਸਹੀ ਹੈ ਜਾਂ ਗਲਤ। ਮੇਰਾ ਬਚਪਨ ਕਵਿਤਾ 'ਚ ਮਾਂ ਨੇ ਆਪਣੇ ਹੱਥੀਂ ਆਪਣੇ ਪਤੀ ਦੀ ਚਿਤਾ ਜਲਾਈ, ਠੀਕ ਜਾਂ ਗਲਤ? ਤਾਂ ਇਹ ਕਥਨ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ ਹੈ, ਮੇਰਾ ਬਚਪਨ ਕਵਿਤਾ ਵਿੱਚ ਮੂਲ ਰੂਪ ਵਿੱਚ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ ਮਾਂ ਪੁੱਤ ਦਾ, ਪਿਓ ਧੀ ਦਾ, ਭੈਣ ਭਰਾ, ਨੂੰਹ ਪੁੱਤ। ਤਾਂ ਇਸ ਦਾ ਸਹੀ ਉੱਤਰ ਹੈ ਮਾਂ ਪੁੱਤ ਦਾ। ਅਗਲਾ ਪ੍ਰਸ਼ਨ ਹੈ, ਹਰਭਜਨ ਸਿੰਘ ਦੀ ਕਵਿਤਾ ਮੇਰਾ ਬਚਪਨ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ। ਇਸ ਦਾ ਉੱਤਰ ਹੈ, ਪਿਤਾਹੀਣ ਬੱਚਾ ਹੋਰਨਾਂ ਸਧਾਰਨ ਬੱਚਿਆਂ ਵਾਂਗ ਆਪਣਾ ਬਚਪਨ ਨਹੀਂ ਭੋਗ ਸਕਦਾ। ਉਸ ਦੀ ਸ਼ਰਮ ਹਯਾ ਵਿੱਚ ਡੁੱਬੀ ਮਾਂ ਉਸ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਹਿੱਸਾ ਨਹੀਂ ਪਾ ਸਕਦੀ। ਅਜਿਹਾ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਉਸ ਦੀ ਮਾਸੂਮੀਅਤ ਉਸ ਪਾਸੋਂ ਖੁੱਸ ਗਈ ਹੈ। ਅਗਲੀ ਕਵਿਤਾ ਦਾ ਨਾਮ ਹੈ ਗੀਤ, ਜੋ ਕਿ ਲਿਖੀ ਗਈ ਹੈ ਸ਼ਿਵ ਕੁਮਾਰ ਬਟਾਲਵੀ ਦੁਆਰਾ। ਪਹਿਲਾ ਪ੍ਰਸ਼ਨ ਹੈ, ਸ਼ਿਵ ਕੁਮਾਰ ਬਟਾਲਵੀ ਦੀ ਆਪਣੇ ਪਾਠਕ੍ਰਮ ਵਿੱਚ ਸ਼ਾਮਿਲ ਕਵਿਤਾ ਦਾ ਨਾਂ ਲਿਖੋ। ਇਸ ਦਾ ਉੱਤਰ ਹੈ, ਸ਼ਿਵ ਕੁਮਾਰ ਬਟਾਲਵੀ ਦੀ ਆਪਣੇ ਪਾਠਕ੍ਰਮ 'ਚ ਸ਼ਾਮਿਲ ਕਵਿਤਾ ਦਾ ਨਾਂ ਗੀਤ ਹੈ। ਅਗਲਾ ਪ੍ਰਸ਼ਨ ਹੈ, ਗੀਤ ਕਾਵ ਰਚਨਾ ਕਿਸ ਕਵੀ ਦੀ ਰਚਨਾ ਹੈ? ਤਾਂ ਇਹ ਕਾਵ ਰਚਨਾ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ। ਸ਼ਿਵ ਕੁਮਾਰ ਬਟਾਲਵੀ ਨੇ ਆਪਣਾ ਗੀਤ ਕਿਸ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ? ਇਸ ਦਾ ਉੱਤਰ ਹੈ ਭੱਠੀਵਾਲੀ ਨੂੰ। ਅਗਲਾ ਪ੍ਰਸ਼ਨ ਹੈ, ਕਵੀ ਭੱਠੀਵਾਲੀ ਨੂੰ ਛੇਤੀ ਕਰਨ ਲਈ ਕਿਉਂ ਆਖਦਾ ਹੈ? ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਤੇ ਆਧਾਰਿਤ ਦੱਸੋ। ਇਸ ਦਾ ਉੱਤਰ ਇਹ ਹੈ, ਕਿਉਂਕਿ ਉਸ ਨੇ ਬਹੁਤ ਦੂਰ ਜਾਣਾ ਹੈ ਅਤੇ ਕੁਵੇਲਾ ਹੋ ਗਿਆ ਹੈ, ਇਸ ਲਈ ਉਹ ਭੱਠੀਵਾਲੀ ਨੂੰ ਛੇਤੀ ਕਰਨ ਲਈ ਆਖਦਾ ਹੈ। ਅਗਲੇ ਪ੍ਰਸ਼ਨ ਵਿੱਚ ਸਾਨੂੰ ਖਾਲੀ ਥਾਵਾਂ ਭਰਨੀਆਂ ਹਨ। ਮੇਰੇ ਵਾਰੀ ਪੱਤਿਆਂ ਦੀ ਪੰਡ ਡੈਸ਼ ਹੋ ਗਈ, ਮਿੱਟੀ ਦੀ ਕੜਾਹੀ ਤੇਰੀ ਕਾਨੂੰ ਡੈਸ਼ ਹੋ ਗਈ। ਤਾਂ ਪਹਿਲੀ ਖਾਲੀ ਥਾਂ ਵਿੱਚ ਆਏਗਾ ਸਿੱਲੀ ਅਤੇ ਦੂਸਰੀ ਖਾਲੀ ਥਾਂ ਵਿੱਚ ਆਏਗਾ ਪਿੱਲੀ, ਭਾਵ ਮੇਰੇ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਮਿੱਟੀ ਦੀ ਕੜਾਹੀ ਤੇਰੀ ਕਾਨੂੰ ਪਿੱਲੀ ਹੋ ਗਈ। ਅੱਗੇ ਸਾਨੂੰ ਦੱਸਣਾ ਹੈ ਕਿ ਇਹ ਕਥਨ ਸਹੀ ਹੈ ਜਾਂ ਗਲਤ। ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਅਨੁਸਾਰ ਉਸ ਕੋਲ ਚੁੰਗ ਦੀ ਬੋਰੀ ਹੈ। ਤਾਂ ਇਹ ਕਥਨ ਗਲਤ ਹੈ। ਅੱਗੇ ਵੀ ਸਾਨੂੰ ਇਹ ਦੱਸਣਾ ਹੈ ਕਿ ਇਹ ਕਥਨ ਸਹੀ ਹੈ ਜਾਂ ਗਲਤ ਹੈ। ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਅਨੁਸਾਰ ਹਵਾਵਾਂ ਵਿਰਲਾਪ ਕਰਕੇ ਸੌਂ ਗਈਆਂ ਹਨ। ਤਾਂ ਇਹ ਕਥਨ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ ਹੈ, ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦੀ ਮੂਲ ਸੁਰ ਹੈ ਉਦਾਸ, ਚੜ੍ਹਦੀ ਕਲਾ, ਰੋਮਾਂਟਿਕ ਜਾਂ ਬਾਗਿਆਨਾ। ਤਾਂ ਇਸ ਦਾ ਉੱਤਰ ਹੈ ਉਦਾਸ। ਅਗਲਾ ਪ੍ਰਸ਼ਨ ਹੈ, ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦਾ ਕੇਂਦਰੀ ਭਾਵ ਲਿਖੋ। ਇਸ ਦਾ ਉੱਤਰ ਹੈ, ਗੀਤ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ। ਇਹ ਇੱਕ ਵਿਸ਼ਾਦ ਗੀਤ ਹੈ। ਇਸ ਦਾ ਕੇਂਦਰੀ ਭਾਵ ਇਹ ਹੈ, ਬਿਰਹੀ ਪ੍ਰੀਤਮ ਪ੍ਰੇਮਿਕਾ ਦੇ ਬਿਰਹੋਂ ਕਾਰਨ ਇੰਨਾ ਦੁਖੀ ਤੇ ਵਿਸ਼ਾਦਗ੍ਰਸਤ ਹੁੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਹੁਣ ਹੀ ਉਸ ਨੂੰ ਬਿਰਹਾ ਦੀ ਭੱਠੀ ਵਿੱਚ ਇੰਨਾ ਭੁੰਨੇ ਕਿ ਉਹ ਛੇਤੀ ਹੀ ਮਰ ਜਾਵੇ। ਅਗਲੀ ਕਵਿਤਾ ਹੈ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ, ਜਿਸ ਦੇ ਕਵੀ ਹਨ ਸੁਰਜੀਤ ਪਾਤਰ। ਪਹਿਲਾ ਪ੍ਰਸ਼ਨ ਹੈ, ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਗਜ਼ਲ ਕਿਸ ਗਜ਼ਲਕਾਰ ਦੀ ਰਚਨਾ ਹੈ? ਇਸ ਦਾ ਉੱਤਰ ਹੈ ਸੁਰਜੀਤ ਪਾਤਰ। ਅਗਲਾ ਪ੍ਰਸ਼ਨ ਹੈ, ਆਪਣੇ ਪਾਠਕ੍ਰਮ ਵਿੱਚ ਸ਼ਾਮਲ ਸੁਰਜੀਤ ਪਾਤਰ ਦੀ ਗਜ਼ਲ ਰਚਨਾ ਦਾ ਸਿਰਲੇਖ ਦੱਸੋ। ਆਪਣੇ ਪਾਠਕ੍ਰਮ ਵਿੱਚ ਸ਼ਾਮਲ ਸੁਰਜੀਤ ਪਾਤਰ ਦੀ ਗਜ਼ਲ ਰਚਨਾ ਦਾ ਸਿਰਲੇਖ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਹੈ। ਅਗਲਾ ਪ੍ਰਸ਼ਨ ਹੈ, ਸੁਰਜੀਤ ਪਾਤਰ ਨੇ ਆਪਣੀ ਗਜ਼ਲ ਰਚਨਾ 'ਚ ਪਾਣੀ ਬੁੱਤਾਂ ਤੇ ਡੋਲਣ ਦੀ ਥਾਂ ਕਿੱਥੇ ਬਰਸਾਉਣ ਦੀ ਨਸੀਹਤ ਦਿੱਤੀ ਹੈ? ਤਾਂ ਇਸ ਦਾ ਉੱਤਰ ਹੈ
ਸੁਰਜੀਤ ਪਾਤਰ ਨੇ ਆਪਣੀ ਗਜ਼ਲ ਰਚਨਾ 'ਚ ਪਾਣੀ ਬੁੱਤਾਂ ਤੇ ਡੋਲਣ ਦੀ ਥਾਂ ਬਿਰਖਾਂ ਉੱਤੇ ਬਰਸਾਉਣ ਦੀ ਨਸੀਹਤ ਦਿੱਤੀ ਹੈ। ਅਗਲਾ ਪ੍ਰਸ਼ਨ ਹੈ, ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਗਜ਼ਲ ਵਿੱਚ ਸਰਵਰ ਦਾ ਸੁੱਤਾ ਪਾਣੀ ਕਿਉਂ ਕੰਬਦਾ ਹੈ? ਇਸ ਦਾ ਉੱਤਰ ਹੈ, ਗਜ਼ਲ ਵਿੱਚ ਸਰਵਰ ਦਾ ਸੁੱਤਾ ਪਾਣੀ ਕਿਸੇ ਦੁਆਰਾ ਬਿਰਖਾਂ ਦੀਆਂ ਪੱਤੀਆਂ ਤੋੜਨ ਕਰਕੇ ਕੰਬਦਾ ਹੈ। ਅਗਲੇ ਪ੍ਰਸ਼ਨ ਵਿੱਚ ਸਾਨੂੰ ਖਾਲੀ ਥਾਂ ਭਰਨੀ ਹੈ। ਬਿਰਖਾਂ ਪੀਲੇ ਪੱਤਰ ਡੈਸ਼ ਹੱਥ ਭੇਜੇ, ਤਾਂ ਖਾਲੀ ਥਾਂ ਵਿੱਚ ਆਏਗਾ ਪੌਣਾ, ਭਾਵ ਬਿਰਖਾਂ ਪੀਲੇ ਪੱਤਰ ਪੌਣਾ ਹੱਥ ਭੇਜੇ। ਅਗਲੇ ਪ੍ਰਸ਼ਨ ਵਿੱਚ ਸਾਨੂੰ ਦੱਸਣਾ ਹੈ ਕਿ ਕਥਨ ਠੀਕ ਹੈ ਜਾਂ ਗਲਤ। ਕਵੀ ਦੀ ਪਿਆਸ ਅੱਗ ਬਣਨ ਤੇ ਉਸ ਨੂੰ ਹਰ ਸਰਵਰ ਦਾ ਪਾਣੀ ਸੁੱਚਾ ਲੱਗਿਆ, ਤਾਂ ਇਹ ਕਥਨ ਠੀਕ ਹੈ। ਅਗਲੇ ਪ੍ਰਸ਼ਨ ਵਿੱਚ ਵੀ ਸਾਨੂੰ ਦੱਸਣਾ ਹੈ ਕਿ ਕਥਨ ਸਹੀ ਹੈ ਜਾਂ ਗਲਤ ਹੈ। ਸੂਲਾਂ ਦੇ ਰੁੱਖਾਂ ਤੇ ਪਾਣੀ ਵਰਨ ਨਾਲ ਲੇਖਕ ਨੂੰ ਕਿਸੇ ਦੀ ਯਾਦ ਨਹੀਂ ਆਈ, ਤਾਂ ਇਹ ਕਥਨ ਗਲਤ ਹੈ। ਅਗਲਾ ਪ੍ਰਸ਼ਨ ਹੈ, ਸੁਰਜੀਤ ਪਾਤਰ ਦੀ ਗਜ਼ਲ ਤੁਕ ਲੱਗੀ ਧੁੱਪ ਜੇ ਸ਼ਹਿਰ ਤੇਰੇ ਦੇ ਬਿਰਖਾਂ ਨੂੰ ਪ੍ਰਤੀਕਰਮ ਵਜੋਂ ਪਾਣੀ ਉੱਧਰ ਜਾਵੇਗਾ, ਮੇਰੇ ਸ਼ਹਿਰ ਦਾ, ਮੇਰੀ ਨਹਿਰ ਦਾ, ਮੇਰੇ ਸਮੁੰਦਰ ਦਾ ਜਾਂ ਮੇਰੇ ਘਰ ਦਾ? ਇਸ ਦਾ ਉੱਤਰ ਹੈ ਮੇਰੇ ਸ਼ਹਿਰ ਦਾ। ਅਗਲਾ ਪ੍ਰਸ਼ਨ ਹੈ, ਸੁਰਜੀਤ ਪਾਤਰ ਦੀ ਗਜ਼ਲ ਰਚਨਾ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਦਾ ਕੇਂਦਰੀ ਭਾਵ ਲਿਖੋ। ਇਸ ਦਾ ਉੱਤਰ ਹੈ, ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਕਵਿਤਾ ਸੁਰਜੀਤ ਪਾਤਰ ਦੀ ਰਚਨਾ ਹੈ। ਇਸ ਦਾ ਕੇਂਦਰੀ ਭਾਵ ਇਹ ਹੈ, ਪਾਣੀ ਦਾ ਰੁੱਖਾਂ ਤੇ ਜੀਵਨ ਨਾਲ ਡੂੰਘਾ ਸੰਬੰਧ ਹੈ, ਇਹਨੂੰ ਐਵੇਂ ਨਹੀਂ ਗਵਾਉਣਾ ਚਾਹੀਦਾ, ਪਾਣੀ ਦਾ ਸੰਕਟ ਜੀਵਨ ਲਈ ਘਾਤਕ ਹੋਵੇਗਾ। ਇਸ ਨਾਲ ਹੀ ਖਤਮ ਹੁੰਦੀਆਂ ਹਨ ਸਾਡੀਆਂ ਸਾਰੀਆਂ ਕਵਿਤਾਵਾਂ ਦੇ ਪ੍ਰਸ਼ਨ ਉੱਤਰ। ਆਈ ਹੋਪ ਯੂ guys found this video helpful. If you like this video then please give me a thumbs up and don't forget to subscribe this channel and press the bell icon for more updates. Thank you.